आनंद आनंद सबको कहें, आनंद आनंद सबको कहें, आनंद गुर ते जानिया, आनंद गुर ते जानिया। आनंद आनंद सबको कहें, आनंद गुर ते जानिया, आनंद गुर ते जानिया। जानिया आनंद सदा गुर ते कृपा करे प्यारिया, जानिया आनंद सदा गुर ते कृपा करे प्यारिया, कर कृपा किल विख कट्टे ज्ञान अंजन सारिया, ज्ञान अंजन सारिया। आनंद आनंद सबको कहें, आनंद गुर ते जानिया, आनंद गुर ते जानिया। कर कृपा किल विख कटे ज्ञान अंजन सारिया, अंदरों जिनका मोह टूटा, अंदरों जिनका मोह टूटा, तिनका शब्द सच्चे सवारिया, तिनका शब्द सच्चे सवारिया। कह नानक ये आनंद है, कह नानक ये आनंद है, आनंद गुर ते जानिया, आनंद गुर ते जानिया। आनंद आनंद सबको कहें, आनंद गुर ते जानिया, आनंद गुर ते जानिया।
ਪਿਆਰੀ ਸਾਧ ਸੰਗਤ ਜੀ, ਜੋ ਸ਼ਬਦ ਅਸੀਂ ਗਾਇਨ ਕੀਤਾ ਹੈ ਗੁਰੂ ਗ੍ਰੰਥ ਸਾਹਿਬ ਦੇ 917 that is ਭਾਵ 917 ਅੰਕ ਦੇ ਸ਼ਬਦ ਸੁਸ਼ੋਭਿਤ ਹੈ। ਇਸ ਸ਼ਬਦ ਦਾ ਇੱਕ ਸਿਰਲੇਖ ਬਹੁਤ ਪ੍ਰਚਲਿਤ ਆਨੰਦ ਸਾਹਿਬ। ਅਸੀਂ ਜਦੋਂ ਬਾਣੀ ਪੜ੍ਹਦੇ ਹਾਂ ਸਾਡਾ ਸਾਰਾ ਪ੍ਰੋਗਰਾਮ ਕੰਪਲੀਟ ਹੁੰਦਾ ਹੈ। ਸਾਡੇ ਸਿੱਖ ਸੰਗਤਾਂ ਦੇ ਸਿਸਟਮ ਵਿੱਚ ਸਮਾਪਤੀ ਵੇਲੇ ਅਸੀਂ ਆਨੰਦ ਸਾਹਿਬ ਪੜ੍ਹਦੇ ਹਾਂ। ਜੋ ਭੋਗ ਪਾਉਣ ਵੇਲੇ ਅਸੀਂ ਆਨੰਦ ਸਾਹਿਬ ਪੜ੍ਹਦੇ ਹਾਂ ਉਹਦੇ ਵਿੱਚ ਅਸੀਂ ਆਨੰਦ ਸਾਹਿਬ ਦੀਆਂ ਪਹਿਲੀਆਂ 5 ਪੌੜੀਆਂ ਪੜ੍ਹਦੇ ਹਾਂ ਅਤੇ ਆਖਰੀ ਪੌੜੀ ਪੜ੍ਹਦੇ ਹਾਂ, ਆਨੰਦ ਸੁਣੋ ਵਡਭਾਗਿਓ। ਉਹ 40ਵੀਂ ਪੌੜੀ ਹੈ। ਇਹਦਾ ਮਤਲਬ ਅਸੀਂ ਪ੍ਰੋਗਰਾਮ ਵਿੱਚ ਇਹ ਪਹਿਲੀਆਂ 5 ਤੇ ਆਖਰੀ ਪੌੜੀ ਮਿਲਾ ਕੇ 6 ਪੌੜੀਆਂ ਦਾ ਆਨੰਦ ਸਾਹਿਬ ਦਾ ਕੀਰਤਨ ਕਰਕੇ ਆਪਣਾ ਪ੍ਰੋਗਰਾਮ ਸਮਾਪਤ ਕਰਦੇ ਹਾਂ। ਲੇਕਿਨ ਆਨੰਦ ਸਾਹਿਬ ਵਿੱਚ ਟੋਟਲ 40 ਪੌੜੀਆਂ ਨੇ। ਕਈ ਸੱਜਣ ਇਸ ਨੂੰ ਪਦੇ ਵੀ ਕਹਿੰਦੇ ਹਨ। ਆਨੰਦ ਸਾਹਿਬ ਦਾ ਸਿਰਲੇਖ ਹੈ ਰਾਮਕਲੀ ਮਹਿਲਾ ਤੀਜਾ। ਬਾਣੀ ਦਾ ਨਾਂ ਹੈ ਆਨੰਦ। ਰਾਮਕਲੀ ਰਾਗ ਵਿੱਚ ਮਹਿਲਾ ਤੀਜਾ ਗੁਰੂ ਅਮਰਦਾਸ ਪਾਤਸ਼ਾਹ ਜੀ ਦੀ ਬਾਣੀ ਹੈ। ਜੋ ਅਸੀਂ 40 ਪੌੜੀਆਂ ਚੋਂ ਆਨੰਦ ਸਾਹਿਬ ਦੇ ਪੂਰੇ ਇਸ ਪ੍ਰਕਰਣ ਚੋਂ ਅੱਜ ਸ਼ਬਦ ਗਾਇਨ ਕੀਤਾ, ਇਹ 7ਵੀਂ ਪੌੜੀ ਹੈ। ਜਿਹੜੇ ਸੱਜਣ ਰੋਜ਼ ਨਿਤਨੇਮ ਕਰਦੇ ਨੇ ਉਹ ਸਾਰੇ ਜਾਣਦੇ ਹੋਣਗੇ ਕਿ ਅਸੀਂ ਪੂਰਾ ਆਨੰਦ ਸਾਹਿਬ ਪੜ੍ਹਦੇ ਹਾਂ ਔਰ ਉਹਦੇ ਵਿੱਚ ਇਹ 7ਵੀਂ ਪੌੜੀ ਹੈ ਗੁਰੂ ਗ੍ਰੰਥ ਸਾਹਿਬ ਦੇ 917 ਅੰਕ ਦੇ। ਇਹ ਬਾਣੀ ਦੀ ਬਣਤਰ ਦਾ ਢੰਗ ਹੈ। ਬਾਣੀ ਦੀ ਬਣਤਰ ਦੇ ਬਾਰੇ ਸਾਨੂੰ ਸਭ ਨੂੰ ਥੋੜਾ ਜਿਹਾ ਪਤਾ ਵੀ ਹੈ। ਜਦੋਂ ਸਾਨੂੰ ਕੋਈ ਪੁੱਛਦਾ ਹੈ, ਬਚਪਨ ਵਿੱਚ ਸਾਨੂੰ ਸਿਖਾਉਂਦਾ ਜਪਜੀ ਸਾਹਿਬ ਦੀ ਬੱਚੇ ਪਹਿਲੀ ਪੌੜੀ ਬੋਲੋ, ਸਾਨੂੰ ਇੱਕ ਓਂਕਾਰ ਤੋਂ ਕਰਦੇ ਕਰਦੇ ਫਿਰ ਉਸ ਤੋਂ ਬਾਅਦ ਪਹਿਲੀ ਪੌੜੀ ਸ਼ੁਰੂ ਕਰਦੇ ਨੇ ਸੋਚਿਆ ਸੋਚਣਾ ਹੋਵੇ। ਬੱਚਾ ਤੋਤਲੀ ਜ਼ਬਾਨ ਵਿੱਚ ਪਹਿਲੀ ਪੌੜੀ ਸਿੱਖਦਾ ਹੈ, ਆਸਤਾ ਆਸਤਾ ਬੱਚਾ ਦੂਜੀ ਪੌੜੀ ਫਿਰ ਸਿਖਾਈ ਜਾਂਦੀ ਹੈ ਤਾਂ ਉਹਨੂੰ ਬੋਲਦਾ ਹੈ। ਫਿਰ ਆਸਤਾ ਆਸਤਾ ਮਾਂ ਪਿਓ ਬੱਚੇ ਕੋਲੋਂ 5 ਪੌੜੀਆਂ ਯਾਦ ਕਰਾ ਲੈਂਦੇ ਨੇ। ਕਈ ਸੱਜਣ ਇਹਨਾਂ ਪੌੜੀਆਂ ਨੂੰ ਵੀ ਪਦੇ ਕਹਿੰਦੇ ਨੇ। ਪਰ ਆਸਤਾ ਆਸਤਾ ਸਾਨੂੰ ਬਚਪਨ ਵਿੱਚ ਹੀ ਜਦੋਂ ਪੂਰਾ ਜਪਜੀ ਸਾਹਿਬ ਯਾਦ ਕਰਾਇਆ ਜਾਂਦਾ ਸਾਨੂੰ ਪਤਾ ਲੱਗ ਜਾਂਦਾ ਜਪਜੀ ਸਾਹਿਬ ਵਿੱਚ 38 ਪੌੜੀਆਂ ਨੇ ਅਤੇ 2 ਸ਼ਲੋਕ ਹਨ। ਪਹਿਲਾ ਸ਼ਲੋਕ ਟੌਪ ਤੇ ਆਦਿ ਸੱਚ ਜੁਗਾਦ ਸੱਚ ਹੈ ਵੀ ਸੱਚ ਨਾਨਕ ਹੋਸੀ ਵੀ ਸੱਚ। ਦੂਜਾ ਸ਼ਲੋਕ ਆਖੀਰ ਵਿੱਚ ਸ਼ਲੋਕ ਪਵਨ ਗੁਰੂ ਪਾਣੀ ਪਿਤਾ। ਇਹਦਾ ਮਤਲਬ ਜਪਜੀ ਸਾਹਿਬ ਵਿੱਚ 38 ਪੌੜੀਆਂ ਦੇ ਨਾਲ 2 ਸ਼ਲੋਕ ਹਨ। ਇਹ ਜਪਜੀ ਸਾਹਿਬ ਦੀ ਬਣਤਰ ਸਾਨੂੰ ਬਚਪਨ ਤੋਂ ਪਤਾ ਲੱਗੀ, ਲੇਕਿਨ ਉਸ ਤੋਂ ਬਾਅਦ ਅਸੀਂ ਉਸ ਪਾਸੇ ਅੱਗੇ ਵਧਣਾ ਛੋੜ ਦਿੱਤਾ। ਸਾਨੂੰ ਸਿੱਖ ਜਗਤ ਵਿੱਚ ਪ੍ਰੈਕਟਿਸ ਵਿੱਚ ਸਿਖਾਇਆ ਜਾਂਦਾ ਨਿਤਨੇਮ ਕਰ, ਪਰ ਇਹ ਨਾਲ ਨਹੀਂ ਅਸੀਂ ਸਮਝੇ ਕਿ ਨਿਤਨੇਮ ਕਰਨਾ ਫਰਜ਼ ਕਰੋ ਮੈਨੂੰ ਨਿਤਨੇਮ ਵਿੱਚ ਬਚਪਨ ਵਿੱਚ 40 ਮਿੰਟ ਲੱਗਦੇ ਸਨ। ਆਸਤਾ ਆਸਤਾ ਡੇਲੀ ਪੜ੍ਹਨ ਦੇ ਨਾਲ ਜ਼ੁਬਾਨੀ ਯਾਦ ਹੋ ਗਿਆ। ਜ਼ੁਬਾਨੀ ਯਾਦ ਹੋਣ ਨਾਲ ਮੈਂ ਉਸ ਨੂੰ ਛੇਤੀ ਪ੍ਰੋਨਾਊਂਸ ਕਰਨ ਲੱਗ ਪਿਆ। ਲੇਟਰ ਔਨ ਆਈ ਫਾਊਂਡ ਕਿ ਮੇਰਾ ਨਿਤਨੇਮ ਅੱਧੇ ਘੰਟੇ 'ਚ ਸਮਾਪਤ ਹੋ ਜਾਂਦਾ ਹੈ। ਮੈਂ ਫਿਰ ਆਸਤਾ ਆਸਤਾ ਆਪਣੀ ਕੰਘੀ ਕਰਦਿਆਂ, ਆਪਣਾ ਪਟਕਾ ਬੰਨ੍ਹਦਿਆਂ, ਆਪਣੀ ਦਸਤਾਰ ਬੰਨ੍ਹਦਿਆਂ, ਨਹਾਉਂਦਿਆਂ ਧੋਂਦਿਆਂ ਕਰਨਾ ਉਹਨੂੰ ਸ਼ੁਰੂ ਕੀਤਾ। ਟਾਈਮ ਕੰਜ਼ਿਊਮ ਹੀ ਨਹੀਂ ਹੋਇਆ ਬਲਕਿ ਪੈਰਲਲ ਨਾਲ ਲੱਗ ਗਿਆ, ਪਰ ਮੈਂ ਉਸ ਨੂੰ ਸਮਝਿਆ ਨਹੀਂ। ਜਦ ਕਿ ਮੈਨੂੰ ਨਿਤਨੇਮ ਇਸ ਕਰਕੇ ਸਿਖਾਇਆ ਗਿਆ ਸੀ ਕਿ ਤੂੰ ਆਪਣੇ ਜਿਹੜੇ 30-40 ਮਿੰਟ ਲਗਾਉਂਦਾ ਹੈ ਇਸ ਨੂੰ ਆਪਣੇ ਸਾਰੇ ਦਿਨ ਦੀ ਰੂਟੀਨ ਵਿੱਚ ਐਕਸਪੈਂਡ ਕਰ। Do not decrease it. Increase this span so that ਕਿ ਤੂੰ ਦਿਨ ਵਿੱਚ ਇਸ ਨਿਤਨੇਮ ਤੋਂ ਇਲਾਵਾ ਹੋਰ ਬਾਣੀ ਪੜ੍ਹ ਸਕੇ। The more you will be indulged in reading and then understanding, the more your life will be spiritual.
तेरी जीवन जाच स्पिरिचुअलिटी ਵੱਲ ਵਧਣੀ ਸ਼ੁਰੂ ਹੋ ਜਾਏਗੀ। ਤੂੰ ਨਿਰਮਲ ਕਰਮ ਕਰਨ ਲੱਗ ਪਏਗਾ। ਸਾਰੀ ਦੁਨੀਆ ਆਈਡੀਅਲਿਜ਼ਮ ਦੀਆਂ ਗੱਲਾਂ ਕਰਦੀ ਹੈ, ਗੁਰੂ ਤੈਨੂੰ ਨਿਰਮਲ ਕਰਮ ਸਿਖਾ ਰਿਹਾ ਹੈ। ਨਿਰਮਲ ਕਰਮ ਨਾਲ ਹੁੰਦਾ ਕੀ ਹੈ? ਨਿਰਮਲ ਕਰਮ ਨਾਲ ਫਾਇਦਾ ਹੁੰਦਾ ਹੈ, ਨਿਰਮਲ ਰਸਨਾ ਅੰਮ੍ਰਿਤ ਪੀਓ, ਸਦਾ ਸੁਹੇਲਾ ਕਰ ਲੈ ਜੀਓ। ਸਦਾ ਸੁਹੇਲਾ, ਆਲਵੇਜ਼ ਸੁਖੀ। ਪਰ ਗੁਰੂ ਪਾਤਸ਼ਾਹ ਮੈਨੂੰ ਤੇ ਤੁਸੀਂ ਜਪਜੀ ਸਾਹਿਬ ਵਿੱਚ ਵੀ ਸਿਖਾਇਆ ਸੀ, ਨਾਨਕ ਭਗਤਾਂ ਸਦਾ ਵਿਗਾਸ। ਵਿਗਾਸ ਮੀਨਸ ਹੈਪੀਨੈਸ, ਵਿਗਾਸ ਮੀਨਸ ਬਲੌਸਮਿੰਗ, ਵਿਗਾਸ ਮੀਨਸ ਖੇੜਾ, ਹਰ ਵੇਲੇ ਖਿੜੇ ਰਹਿਣਾ, ਖੁਸ਼ ਰਹਿਣਾ, ਚੜ੍ਹਦੀ ਕਲਾ 'ਚ ਰਹਿਣਾ, ਢਹਿੰਦੀਆਂ ਕਲਾ 'ਚ ਨਾ ਜਾਣਾ। ਪਰ ਗੁਰੂ ਪਾਤਸ਼ਾਹ ਮੈਂ ਦਿਨ ਵਿੱਚ 24 ਘੰਟੇ ਹੁੰਦੇ ਨੇ, ਮੈਂ ਤੇ 4 ਲੱਖ ਵਾਰੀ ਨਹੀਂ, ਕਿਤਨੇ ਮਿਲੀਅਨ ਟਾਈਮਸ ਮੈਂ ਉਦਾਸ ਹੋ ਜਾਂਦਾ ਡੇ ਟਾਈਮ ਵਿੱਚ। ਤੇ ਜਿਹੜਾ ਰੋਜ਼ ਕਿਤਨੀ ਵਾਰੀ ਉਦਾਸ ਹੁੰਦਾ ਹੈ, ਹੋਲ ਲਾਈਫ ਵਿੱਚ ਅਸੀਂ ਕਿਤਨੇ ਉਦਾਸ ਹੁੰਦੇ ਹਾਂ, ਜਿਹਦਾ ਅੱਜ ਅਸੀਂ ਸੀਨ ਵੇਖ ਰਹੇ ਹਾਂ। ਡੇ ਬਾਈ ਡੇ ਸਾਈਕੈਟ੍ਰਿਸਟ ਔਰ ਕਾਉਂਸਲਰਸ ਦਾ ਬਿਜ਼ਨਸ ਵੱਧਦਾ ਜਾ ਰਿਹਾ। ਕਿਉਂ? ਕਿਉਂਕਿ ਅਸੀਂ ਉਦਾਸ ਰਹਿ ਕੇ ਆਸਤਾ ਆਸਤਾ ਡਿਪਰੈਸ਼ਨ ਵਿੱਚ ਜਾਣਾ ਸ਼ੁਰੂ ਹੋ ਗਏ। ਇਸ ਕਰਕੇ ਉਹਨਾਂ ਦੀਆਂ ਦੁਕਾਨਾਂ ਖੁੱਲ੍ਹ ਗਈਆਂ। ਹੋਇਆ ਕਿ ਮੈਂ ਢਹਿੰਦੀਆਂ ਕਲਾਂ ਜੀਣ ਲੱਗਾ, ਤੇ ਮੇਰੇ ਅੰਦਰ ਢਹਿੰਦੀਆਂ ਕਲਾਂ ਵਾਲੇ, ਪੈਸੀਮਿਜ਼ਮ ਵਾਲੇ, ਪੈਸੀਮਿਸਟਿਕ ਕੈਮੀਕਲਸ ਪ੍ਰੋਡਿਊਸ ਹੋਣੇ ਸ਼ੁਰੂ ਹੋ ਗਏ। ਉਹ ਕੈਮੀਕਲਸ ਨੂੰ ਅੱਜ ਸਾਇੰਸ ਖੋਜਦੀ ਪਈ ਹੈ। ਸਾਇੰਸ ਉਹਦਾ ਨਾਂ ਗੈਬਾਡੀਨ ਤੇ ਪਤਾ ਨਹੀਂ ਕਿਹੜੇ ਕਿਹੜੇ ਕੈਮੀਕਲਸ ਦੇ ਨਾਂ ਲੈਂਦੀ ਪਈ ਹੈ। ਮੋਰ ਦੈਨ 50 ਕੈਮੀਕਲਸ ਆਰ ਫਾਊਂਡ ਜਿਹੜੇ ਲੋਕਾਂ ਦੇ ਡਿਪਰੈਸ਼ਨ ਵਾਲਿਆਂ ਨੂੰ ਬੋਦਰ ਕਰਦੇ ਨੇ। ਅਤੇ ਡਿਪਰੈਸ਼ਨ ਵਾਲਾ ਮਰੀਜ਼ ਜੇ ਉਹਦਾ ਇਲਾਜ ਨਾ ਕੀਤਾ ਜਾਏ, ਸਲੋਲੀ ਵਾਈਲਡ ਵੀ ਹੋ ਜਾਂਦਾ ਹੈ ਤੇ ਸ਼ਿਜ਼ੋਫਰੇਨਿਕ ਵੀ ਹੋ ਜਾਂਦਾ ਹੈ। ਇਹ ਸਾਰੀਆਂ ਬਿਮਾਰੀਆਂ ਗੁਰੂ ਪਾਤਸ਼ਾਹ ਮਨੁੱਖ ਦੀਆਂ ਫਿਕਸਅਪ ਕਰਦੇ ਨੇ ਕਿ ਇਹਦਾ ਮਨ ਰੋਗੀ ਹੁੰਦਾ, ਉਸ ਮਨ ਨੂੰ ਫਿਕਸਅਪ ਕਰਦੇ ਨੇ। ਪਰ ਗੁਰੂ ਪਾਤਸ਼ਾਹ ਤੁਸੀਂ ਮੈਨੂੰ ਫਿਕਸਅਪ ਕਰਨਾ ਸੀ, ਮੈਂ ਤੇ ਤੁਹਾਡਾ ਪਾਠ ਕਰਕੇ 40 ਮਿੰਟ ਤੋਂ ਵੀ 30 ਮਿੰਟ ਕਰ ਲਿਆ, ਤੇ ਆਸਤਾ ਆਸਤਾ ਮੈਂ ਤੇ ਛੁੱਟ ਹੀ ਗਿਆ। ਬਿਲਕੁਲ ਮੈਂ ਕਰਨਾ ਹੀ ਛੋੜ ਦਿੱਤਾ। ਮੈਂ ਤੇ ਭੁਲੇਖੇ 'ਚ ਹੀ ਪੈ ਗਿਆ। ਮੈਨੂੰ ਸਭ ਸਮਝ ਆ ਗਿਆ। ਮੈਨੂੰ ਭੁਲੇਖਾ ਪੈ ਗਿਆ ਮੇਰੇ ਕੋਲ ਡਿਗਰੀ ਹੈ, ਮੈਨੂੰ ਭੁਲੇਖਾ ਪੈ ਗਿਆ ਮੈਂ ਇੰਜੀਨੀਅਰ ਡਾਕਟਰ ਹਾਂ, ਮੈਨੂੰ ਭੁਲੇਖਾ ਪੈ ਗਿਆ ਮੇਰਾ ਕਾਰਪੋਰੇਟ ਸੈਕਟਰੀ 'ਚ ਮੈਨੂੰ CEO ਬਣਾ ਦੇਣਗੇ ਕੰਪਨੀ ਵਾਲੇ ਇੱਕ ਦਿਨ। ਮੈਂ ਬੜੀ ਮਿਹਨਤ ਨਾਲ ਆਪਣਾ ਕੰਮ ਕਰਦਾ। ਮੈਨੂੰ ਭੁਲੇਖਾ ਪੈ ਗਿਆ ਮੈਂ ਬਿਜ਼ਨਸ 'ਚੋਂ ਲੱਖਾਂ ਕਰੋੜਾਂ ਕਮਾਉਂਦਾ। ਫਿਰ ਮੈਨੂੰ ਇਹ ਭੁਲੇਖਾ ਪੈ ਗਿਆ ਮੈਂ ਤੇ ਅਰਦਾਸਾਂ ਕੀਤੀਆਂ ਸੀ ਬੰਗਲਾ ਸਾਹਿਬ, ਮੈਨੂੰ ਅਮਰੀਕਨ ਸਿਟੀਜ਼ਨਸ਼ਿਪ ਮਿਲ ਗਈ। ਹੁਣ ਦੱਸੋ ਮੈਨੂੰ ਕੁਝ ਸਿੱਖਣ ਦੀ ਲੋੜ ਰਹਿ ਗਈ? ਇਹ ਭੁਲੇਖਾ, ਇਹ ਓਵਰ ਕੌਨਫੀਡੈਂਸ ਮੈਨੂੰ ਤੁਹਾਡੀ ਬਾਣੀ ਸਮਝਣ ਦੇ ਵਿਚਕਾਰ ਹਿੰਡਰੈਂਸ ਹੋ ਗਿਆ, ਹਰਡਲ ਬਣ ਗਿਆ। ਤੁਸੀਂ ਮੇਰੇ ਵਾਸਤੇ ਬੜਾ ਸਮੁੰਦਰ ਖੋਜ ਕੇ ਰੱਖਿਆ, ਗੁਰੂ ਗ੍ਰੰਥ ਸਾਹਿਬ ਦੇ ਰਾਹੀਂ ਦਿੱਤਾ। ਮੈਂ ਉਸ ਨੂੰ ਵਿਚਾਰਿਆ ਹੀ ਨਹੀਂ, ਮੈਂ ਉਸ ਨੂੰ ਸਮਝਿਆ ਹੀ ਨਹੀਂ। ਕਿਉਂ? ਮੇਰੇ ਕੋਲ ਵੇਲ ਹੀ ਨਹੀਂ ਹੈ। ਕਿਉਂ? ਮੈਂ ਬਿਲ ਗੇਟਸ ਤੋਂ ਜ਼ਿਆਦਾ ਵਧੀਆ ਬਿਜ਼ਨਸਮੈਨ ਹਾਂ। ਕਿਉਂ? ਮੇਰੇ ਕੋਲ ਡਿਗਰੀ ਪੜ੍ਹਾਈ ਬੜੀ ਹੈ। ਕਿਉਂ? ਮੇਰੀ ਜ਼ਾਤ ਬੜੀ ਉੱਚੀ ਹੈ। ਕਿਉਂ? ਮੈਨੂੰ ਲੋਕੀ ਬੜੇ ਜਾਣਦੇ ਨੇ। ਮੈਂ ਇਸ ਖੇਡ ਵਿੱਚ, ਇਸ ਵਿਸ਼ੀਅਸ ਸਰਕਲ ਵਿੱਚ ਆਪਣੇ ਆਪ ਨੂੰ ਭੁੱਲ ਗਿਆ ਤੇ ਮੈਂ ਹੈਪੀਨੈਸ ਆਪਣੇ ਕਿਸਮ ਦੀ ਰੱਖ ਲਈ। ਸ਼ਰਾਬੀਆਂ ਨਾਲ ਬਹਿ ਜਾਓ, ਹੈਪੀਨੈਸ ਹੈ ਮੇਰੀ। ਨੱਚਣ ਵਾਲਿਆਂ ਨਾਲ ਨੱਚਣ ਲੱਗ ਪਓ, ਮੇਰੀ ਹੈਪੀਨੈਸ ਹੈ। ਫੈਸ਼ਨ ਵਾਲਿਆਂ ਦੀ ਨਕਲ ਕਰਕੇ ਉਹ ਫੈਸ਼ਨ ਪਾ ਲਓ, ਮੇਰੀ ਹੈਪੀਨੈਸ ਹੈ। ਰਾਤ ਦੇ 3 ਵਜੇ ਤੱਕ ਪਾਰਟੀਆਂ ਵਿੱਚ ਬੈਠੇ ਰਹੋ, ਦੂਜੇ ਦਿਨ ਦੁਪਹਿਰ ਦੇ 11, 12, 1 ਵਜੇ ਉੱਠੋ, ਦੁਪਹਿਰ ਦੇ 3 ਵਜੇ ਬ੍ਰੇਕਫਾਸਟ ਕਰੋ, ਇਹ ਮੇਰੀ ਹੈਪੀਨੈਸ ਹੈ। ਮੈਂ ਇਸ ਸਾਰੀ ਦਾ ਨਾਂ ਹੈਪੀਨੈਸ ਰੱਖ ਲਿਆ। ਗੁਰੂ ਪਾਤਸ਼ਾਹ ਜੀ ਮੈਂ ਲੌਸਟ ਹਾਂ, ਆਈ ਐਮ ਕਨਫਿਊਜ਼ਡ, ਕਾਈਂਡਲੀ ਹੈਲਪ ਮੀ। ਮੈਂ ਜਿਹਨੂੰ ਆਪਣਾ ਨਾਂ ਹੈਪੀਨੈਸ ਰੱਖਿਆ, ਮੈਂ ਇਹਦਾ ਨਾਂ ਆਨੰਦ ਰੱਖ ਲਿਆ। ਹੁਣ ਅੱਜ ਦੇ ਸ਼ਬਦ ਦੇ ਵਿੱਚ ਆਈਏ। ਅੱਜ ਦੇ ਸ਼ਬਦ ਵਿੱਚ ਕਹਿ ਰਹੇ ਨੇ, ਆਨੰਦ ਆਨੰਦ ਸਭ ਕੋ ਕਹਿ। ਆਨੰਦ ਗੁਰ ਤੇ ਜਾਣਿਆ। ਗੁਰੂ ਨੂੰ ਪੁੱਛਿਆ, ਗੁਰੂ ਨੂੰ ਪਤਾ ਹੈ ਆਨੰਦ ਕੀ ਹੁੰਦਾ ਹੈ। ਗੁਰੂ ਤੈਨੂੰ ਪਰਫੈਕਸ਼ਨ ਵੱਲ ਲਿਜਾਂਦਾ ਹੈ, ਅਵਗੁਣ ਛੋੜ ਗੁਣਾ ਕੋ ਧਾਵ ਵਾਲਾ ਜੀਵਨ ਸਿਖਾਉਂਦਾ ਹੈ।
ਗੁਰੂ ਤੇਰੀਆਂ ਡੈਫੀਸ਼ੀਐਂਸੀਜ਼ ਔਰ ਸ਼ਾਰਟਕਮਿੰਗਸ ਨੂੰ ਦੂਰ ਕਰਦਾ ਹੈ। ਤੂੰ ਗੁਰੂ ਨੂੰ ਆਪਣਾ ਸੱਜਣ ਸਮਝਣਾ। ਹੁਣ ਜੇ ਮੇਰੀਆਂ ਸ਼ਾਰਟਕਮਿੰਗਸ ਵੱਲ ਕੋਈ ਧਿਆਨ ਦਿਵਾਏਗਾ ਤਾਂ ਮੈਂ ਉਹਨਾਂ ਤੋਂ ਛੁੱਟਾਂਗਾ ਨਾ, ਪਰ ਮੇਰਾ ਧਿਆਨ ਕਿਸੇ ਨੇ ਦਿਵਾਇਆ ਨਹੀਂ। ਕੋਈ ਜ਼ਰਾ ਜੀ ਗਲਤੀ ਕਰ ਜਾਏ ਮੈਨੂੰ ਗੁੱਸਾ ਚੜ ਜਾਂਦਾ ਹੈ। ਦਿਸ ਇਜ਼ ਮਾਈ ਬਿਗੇਸਟ ਸ਼ਾਰਟਕਮਿੰਗ। ਔਰ ਜਿਉਂ ਹੀ ਮੈਨੂੰ ਗੁੱਸਾ ਚੜਦਾ ਹੈ ਮੇਰੀ ਜ਼ਬਾਨ ਤੋਂ ਬੋਲ ਭੈੜੇ ਨਿਕਲਣੇ ਸ਼ੁਰੂ ਹੁੰਦੇ ਹਨ। ਮੇਰਾ ਪਹਿਲਾ ਆਨੰਦ ਗਿਆ ਕਿ ਮੈਨੂੰ ਗੁੱਸਾ ਚੜਦਾ ਹੈ। ਮੇਰਾ ਦੂਜਾ ਆਨੰਦ ਗਿਆ, ਮੇਰੇ ਆਨੰਦ ਦਾ ਦੂਜਾ ਪੜਾਅ ਵੀ ਗਿਆ ਕਿ ਮੈਂ ਕਿਸੇ ਦੀਆਂ ਗਲਤੀਆਂ ਦੇਖਣ ਜੋਗਾ ਹੋ ਗਿਆ। ਇਤਨਾ ਸਿਆਣਾ ਮੈਂ ਸਮਝਣ ਲੱਗ ਪਿਆ ਆਪਣੇ ਆਪ ਨੂੰ। ਫਿਰ ਮੇਰਾ ਤੀਜਾ ਵੀ ਲੈਵਲ ਖਰਾਬ ਹੋ ਗਿਆ ਕਿ ਮੈਂ ਜੋ ਕੋਈ ਗਲਤੀ ਕਰੇ ਉਸ ਗਲਤੀ ਦੀ ਸਜ਼ਾ ਆਪਣੇ ਆਪ ਨੂੰ ਦਿੰਦਾ ਕਿ ਮੈਂ ਗੁੱਸਾ ਕਰਦਾ। ਫਿਰ ਮੇਰੇ ਬੋਲ ਵਿਗੜ ਜਾਂਦੇ ਨੇ। ਜਦੋਂ ਮੇਰੇ ਬੋਲ ਵਿਗੜ ਜਾਂਦੇ ਨੇ, ਗੁਰੂ ਪਾਤਸ਼ਾਹ ਕਹਿੰਦੇ ਨੇ ਰੱਬ ਨਾਲ ਪ੍ਰੀਤ ਟੁੱਟ ਗਈ। oneness with God, it can never be achieved like this because now you are split personality। ਗੁਰੂ ਸਾਹਿਬ ਕਹਿੰਦੇ ਨੇ ਟੂਟ ਪ੍ਰੀਤ ਗਈ ਗੁਰ ਬੋਲ। ਜਿਉਂ ਹੀ ਤੂੰ ਮੂੰਹ ਦੇ ਨਾਲ ਭੈੜੇ ਬੋਲ ਬੋਲੇ ਮਾਨੋ ਤੇਰੀ ਰੱਬ ਜੀ ਦੇ ਨਾਲ ਪ੍ਰੀਤ ਟੁੱਟ ਗਈ, ਮਾਨੋ ਤੂੰ ਆਪਣੇ ਆਪ ਤੋਂ ਟੁੱਟ ਗਿਆ। ਜਦੋਂ ਆਪਣੇ ਆਪ ਤੋਂ ਟੁੱਟ ਜਾਂਦੇ ਆ ਤਾਂ ਲੋਕਾਂ ਦੇ ਨਾਲ ਭੈੜੇ ਬੋਲ ਬੋਲਦੇ ਹਾਂ। ਇਹਦਾ ਮਤਲਬ ਜਿਹੜਾ ਮਨੁੱਖ ਗੁੱਸੇ ਦੇ ਨਾਲ ਐਬਿਊਸਿਵ ਲੈਂਗੁਏਜ ਬੋਲਦਾ ਹੈ, ਇਲ ਮੈਨਰਡ ਗੱਲਾਂ ਕਰਦਾ ਹੈ, ਡਿਸਕ੍ਰਿਮੀਨੇਟਿਵ ਬਿਹੇਵੀਅਰ ਕਰਦਾ ਹੈ, ਉਹ ਦਰਅਸਲ ਆਪਣੇ ਆਪ ਤੋਂ ਟੁੱਟਾ ਹੋਇਆ ਹੈ। ਜਿਹੜਾ ਆਪਣੇ ਆਪ ਨੂੰ ਸਮਝ ਲੈਂਦਾ, ਗੁਰੂ ਪਾਤਸ਼ਾਹ ਉਹਨੂੰ ਕਹਿੰਦੇ ਨੇ ਮਨ ਜੀਤਾ ਜਗ ਜੀਤ। ਜਿਹੜਾ ਆਪਣੇ ਆਪ ਨੂੰ ਹੀ ਨਹੀਂ ਸਮਝ ਸਕਿਆ ਉਹ ਪਤੀ ਪਤਨੀ ਨੂੰ ਕਹਿ ਰਿਹਾ ਹੁੰਦਾ ਜਾ ਜਾ ਮੈਂ ਤੈਨੂੰ ਜਾਣਨਾ। ਪਤਨੀ ਪਤੀ ਨੂੰ ਕਹਿ ਰਹੀ ਹੁੰਦੀ ਹੈ ਹਾਂ ਹਾਂ ਮੈਂ ਤੁਹਾਨੂੰ ਚਰੋਕਣਾ ਜਾਣਨੀ ਹਾਂ। ਪਤੀ ਪਤਨੀ ਨੂੰ ਕਹਿ ਰਿਹਾ ਹੁੰਦਾ ਤੇਰੇ ਮਾਪਿਓ ਨੂੰ ਮੈਂ ਚਰੋਕਣਾ ਜਾਣਦਾ, ਜਾਂ ਤੇਰੇ ਭਰਾ ਨੂੰ ਮੈਂ ਚਰੋਕਣਾ ਜਾਣਦਾ। ਉਹ ਕਹਿੰਦੀ ਹੈ ਤੁਹਾਡੀ ਭੈਣ ਨੂੰ ਮੈਂ ਚਰੋਕਣਾ ਜਾਣਦੀ ਹਾਂ, ਤੁਹਾਡੇ ਮਾਪਿਓ ਨੂੰ ਮੈਂ ਚਰੋਕਣਾ ਜਾਣਦੀ ਹਾਂ। ਚਰੋਕਣਾ ਜਾਂਦਿਆਂ ਜਾਂਦਿਆਂ ਇੱਕ ਦੂਜੇ ਨੂੰ ਕਹਿੰਦੇ ਹਾਂ ਸਭ ਨੂੰ ਜਾਣਦੇ ਹਾਂ ਅਸੀਂ, ਪਰ ਅਫਸੋਸ ਮੈਂ ਆਪਣੇ ਆਪ ਨੂੰ ਨਹੀਂ ਜਾਣਦਾ। where I am lost, where I am confused, why I am confused, why I am lost, why my behavior is not correct। ਇਨਸਾਨੀਅਤ ਭਰਪੂਰ ਮੇਰਾ ਬਿਹੇਵੀਅਰ ਕਿਉਂ ਨਹੀਂ ਹੈ? ਮੈਂ ਡੌਗਸ ਵਾਂਗੂ ਯੈਲ ਕਿਉਂ ਕਰਦਾ? ਮੈਂ ਆਪਣੀ ਗੱਲ ਮਨਵਾਉਣ ਵਾਸਤੇ, ਡੋਮੀਨੇਟ ਕਰਨ ਵਾਸਤੇ ਵੋਲਿਊਮ ਰੇਜ਼ ਕਿਉਂ ਕਰਦਾ? ਗੁਰੂ ਪਾਤਸ਼ਾਹ ਮੇਰੀ ਬੋਲਣ ਦੀ ਚਾਲ ਨੂੰ ਫਿਕਸ ਅਪ ਕਰ ਦਿਓ। ਕਾਈਂਡਲੀ ਟੀਚ ਮੀ ਹਾਊ ਟੂ ਸਪੀਕ ਵਿਦ ਅਦਰਸ। ਜਪਜੀ ਸਾਹਿਬ ਪੜ੍ਹਦੇ ਆ ਨਾ, ਗੁਰੂ ਪਾਤਸ਼ਾਹ ਕਹਿੰਦੇ ਨੇ ਫੇਰ ਕੇ ਅੱਗੇ ਰੱਖੀ ਹੈ ਜਿਤ ਦਿਸੈ ਦਰਬਾਰ, ਮੋਹ ਕੇ ਬੋਲਣ ਬੋਲੀਏ ਜਿਸ ਸੁਣ ਧਰੇ ਪਿਆਰ। ਮੂੰਹ ਦੇ ਬੋਲ ਮੇਰੇ ਫਿਕਸ ਅਪ ਕਰਨਗੇ। ਕਿਸ ਤਰ੍ਹਾਂ? ਮੈਨੂੰ ਭਾਖਿਆ ਭਾਵ ਪਾਰ ਸਿਖਾਉਣਗੇ, ਮੈਨੂੰ ਵਨੈਸ, ਹਾਰਮੋਨੀ, ਵਾਮਥ ਵਾਲੀ ਬੋਲੀ ਸਿਖਾਉਣਗੇ। ਮਿੱਠਾ ਬੋਲਿਆ ਕਰ। ਪਰ ਗੁਰੂ ਪਾਤਸ਼ਾਹ ਮੈਂ ਮਿੱਠਾ ਕਿਉਂ ਨਹੀਂ ਬੋਲਦਾ? ਮੈਂ ਇਸ ਕਰਕੇ ਮਿੱਠਾ ਨਹੀਂ ਬੋਲਦਾ ਕਿ ਮੈਂ ਦੂਜਿਆਂ ਨੂੰ ਮਾਫ ਨਹੀਂ ਕਰ ਸਕਦਾ। ਕੋਈ ਛੋਟੀ ਤੋਂ ਛੋਟੀ ਗਲਤੀ ਕਰੇ ਜਾਂ ਵੱਡੀ ਤੋਂ ਵੱਡੀ ਕਰੇ, ਮੈਂ ਮਾਫ ਨਹੀਂ ਕਰ ਸਕਦਾ। ਮੈਂ ਕਿਉਂ ਮਾਫ ਨਹੀਂ ਕਰ ਸਕਦਾ? ਕਿਉਂਕਿ ਮੈਂ ਐਸੇ ਵਾਲਾ ਗॉड ਤਸੱਵੁਰ ਕੀਤਾ ਹੋਇਆ ਹੈ। ਇਨ ਮਾਈ ਪਰਸੈਪਸ਼ਨ, ਇਨ ਮਾਈ ਥਾਟ ਪ੍ਰੋਸੈਸ, ਆਈ ਬਿਲੀਵ ਗॉड ਪਨਿਸ਼ ਕਰਦਾ ਹੈ। ਆ ਗੁਰੂ ਜੀ ਨੂੰ ਪੁੱਛਦੇ ਆ, ਗੁਰੂ ਪਾਤਸ਼ਾਹ ਕੀ ਕਹਿੰਦੇ ਨੇ? ਮਿੱਠ ਬੋਲੜਾ ਜੀ, ਮਿੱਠ ਬੋਲੜਾ ਜੀ, ਹਰ ਸੱਜਣ ਸੁਆਮੀ ਮੋਰਾ। ਮਿੱਠ ਬੋਲੜਾ ਜੀ,
स्वामी मोरा हो संभल थकी जी ओ कदे ना भूले कौड़ा हो संभल थकी जी ओ कदे ना भूले कौड़ा मिठ बोलड़ा जी हर सजन स्वामी मोरा। गुरु पातशाह कहते मेरा सज्जन स्वामी, मेरा बिलवड, मेरा शो, मेरा प्रीतम, मेरा प्यारा, मेरा रब जी, मेरा वाहिगुरु जी, मेरा गॉड, मेरा अल्लाह, मेरा खुदा मिठा बोलता है। मिठ बोलड़ा जी हर सज्जन स्वामी मोरा हो संभल थकी जी, मैं गलतियां कर दियां ओ कदे ना बोले कौड़ा। मैं इतनी अपनी लंबी लिस्ट चेक की कि मैं कितनी बारी मिस्टेक की। गॉड नेवर पनिशेस, रब कदे भी सजा नहीं देता। सासंगत मैं डिस्कस कर रहा, नॉट माई इंटरप्रिटेशन, दिस इज नॉट माई ओपीनियन। जो मैं सांझ कर रहा एक गुरु पातशाह जी की फिलोसफी है। असी गुरु ग्रंथ साहब नूं नहीं पूछया, इस करके असी कहना शुरू कर दिता गॉड फीयरिंग। बट गॉड फीयरिंग नहीं होंदा। गुरमत अनुसार गॉड लविंग सिखाया है, गॉड फीयरिंग नहीं सिखाया। रब को डरना नहीं चाहिए, रब प्यारा है, मित्र है। लेकिन गुरु ग्रंथ साहब की फिलोसफी बाहर आई नहीं। गुरु पातशाह कहते ने हो संभल थकी जी वो कदे ना बोले कौड़ा। किहड़ी फिलोसफी असी डिस्कस करते हैं? गुरुद्वारियां विच बैठ के असी गल्लां करते हैं गुरु ग्रंथ साहब तो बाहर दियां, जिहदे विच असी कहानियां सुनाते हैं। इंज करोगे तो फिर इंज हो जाएगा, फलाने नाल इंज हो गया सी, मरण तो बाद इंज जम नरक विच, हैल विच, दोजख विच कसीट के लै जांदे ने, उत्थे ए वाली सजा देगा रब। एज इफ वी हैव सीन दैट। रब जी दे गुण विचारे नहीं, अपने मन का ख्याल थोप दिता, वी इंपोज्ड, वी लेबल्ड के रब सजा देंदा। रब जी गुरमत अनुसार सजा नहीं देंदे। तेरा थॉट प्रोसेस है, तो सोच। गुरु पातशाह कह रहे ने रब बारे कौड़ा बोल ना जाने, पूर्ण भगवान है। रब जी कौड़ा बोल जानते ही नहीं ने। तू जो मंदे काम करता है ना, तेरी सेल्फ एस्टीम खत्म हो जाती है। क्यों? Because you do not understand, if you stay behind the mirror, you can think that you can fool everybody, but you cannot fool the person who is standing behind the mirror. अपने आप को तू फूल नहीं कर सकता, दुनिया नू फूल कर सकता है, पर जो शीशे सामने खड़ा होना है, अपनी इंट्रोस्पेक्शन करता है, तेनू अपने गलत कम्मां दी करतूत तो शर्मिंदगी होंदी है। जे तो सीधे पासे पै जाए, यू टर्न ले लवे, फाइन, स्टे इन प्रेजेंट। रब सजा नहीं देंदा, पर असी माँ प्यो बन के, टीचर बन के बच्चियां नू सजा देंदे आ। रब फॉरगिव करता है, माफ करना सिखांदा है। अवगुण को ना चितारदा, गल सेती लायक। असी जो शब्द पढ़ते ना, हर जी माता, हर जी पिता, हर जी प्रतिपालक, हर जी मेरी सार करे, हम हर के बालक। ਉਹਦੇ ਵਿੱਚ ਕਹਿੰਦੇ ਨੇ ਔਗੁਣ ਕੋ ਨਾ ਚਿਤਾਰਦਾ, ਮੇਰੀ ਇੱਕ ਵੀ ਗਲਤੀ ਨੂੰ ਕਾਊਂਟ ਹੀ ਨਹੀਂ ਕਰਦਾ ਹੈ। ਉਹਦੇ ਕੋਲ ਕੋਈ ਐਸਾ ਅਕਾਊਂਟ ਨਹੀਂ ਜਿਹਦੇ ਤੇ ਐਕੂਮੂਲੇਟ ਕਰਦਾ ਰਹਿੰਦਾ ਮੇਰੀ ਗਲਤੀਆਂ। नो, ਕਾਊਂਟ ਹੀ ਨਹੀਂ ਕਰਦਾ ਹੈ। ਸਾਨੂੰ ਰੋਜ਼ ਅਰਦਾਸ ਹੀ ਸਿਖਾਇਆ, ਵੇਖ ਕੇ ਆਡਿਟ ਕਰਨਾ।
ਅਸੀਂ ਤੇ ਕਿਸੇ ਦਾ ਅਵਗੁਣ ਮਿਲ ਜਾਏ ਅਸੀਂ ਉਹਦੀ ਭੰਡੀ ਕਰਦੇ ਹਾਂ। ਅਸੀਂ ਪੂਰੀ ਦੁਨੀਆ ਨੂੰ ਦੱਸ ਨਾ ਲਈਏ, ਜਦੋਂ ਤੱਕ ਲੱਖ ਬੰਦੇ ਨੂੰ ਈਮੇਲ ਨਾ ਭੇਜ ਲਈਏ ਸਾਨੂੰ ਚੈਨ ਨਹੀਂ ਆਉਂਦਾ। ਲੱਖ ਬੰਦੇ ਨੂੰ ਅਸੀਂ ਜਦੋਂ ਤੱਕ ਫੋਨ ਕਰਕੇ ਉਸ ਦਾ ਅਵਗੁਣ ਨਾ ਸੁਣਾਈਏ ਸਾਨੂੰ ਚੈਨ ਨਹੀਂ ਆਉਂਦਾ। ਬਿਕੋਜ਼ ਵੀ ਲਾਈਕ ਕਿ ਅਸੀਂ ਲੋਕਾਂ ਦੀਆਂ ਗਲਤੀਆਂ ਲੱਭੀਏ। ਲੱਭਦਾ ਕੌਣ ਹੈ? ਜਿਹੜਾ ਆਪਣੇ ਆਪ ਨੂੰ ਸਮਝਦਾ ਮੈਂ ਪਰਫੈਕਟ ਹਾਂ। ਉਹ ਗੁਰੂ ਦੀ ਗੱਲ ਨਹੀਂ ਸੁਣਦਾ। ਉਹ ਕਹਿੰਦਾ ਜਿਸ ਤਰ੍ਹਾਂ ਅਸੀਂ ਬੱਚੇ ਨੂੰ ਸਜ਼ਾ ਦਿੰਦੇ ਹਾਂ, ਇੰਜ ਰੱਬ ਜੀ ਸਾਨੂੰ ਸਜ਼ਾ ਦਿੰਦੇ ਨੇ। ਗੁਰੂ ਪਾਤਸ਼ਾਹ ਕਹਿੰਦੇ ਨੇ ਮਿੱਠ ਬੋਲਣਾ ਜੀ। ਹੁਣ ਇਸ ਕਨਸੈਪਟ ਤੋਂ ਜਦੋਂ ABC ਤੋਂ ਗੁਰਬਾਣੀ ਪੜ੍ਹੀ ਜਾਏਗੀ ਕਿ ਗੁਰਬਾਣੀ ਅਨੁਸਾਰ ਰੱਬ ਸਜ਼ਾ ਨਹੀਂ ਦਿੰਦਾ, ਤਾਂ ਆਫਟਰ ਡੈਥ ਵਾਲੀ ਸਜ਼ਾ ਦਾ ਕਨਸੈਪਟ ਸਾਰਾ ਰੱਦ ਹੋ ਜਾਏਗਾ, ਸੁਪਰਫਲੂਅਸ ਹੋ ਜਾਂਦਾ ਹੈ। ਕਿਉਂਕਿ ਗੁਰੂ ਪਾਤਸ਼ਾਹ ਮਰਨ ਤੋਂ ਬਾਅਦ ਹੈਲ ਔਰ ਹੈਵਨ ਮੰਨਦੇ ਹੀ ਨਹੀਂ। कवन नरक क्या सुर्ग बिचारा संतन दो राधे, हम कहूं कि कान न कटते अपने गुर प्रसादे। सुर्ग बास न बाछिए डरिए न नरक निवास, होना ऐसो होए को मन न कीचे आस। स्वर्ग जान दी इच्छा कोई नहीं है, नरक जान तो डरदा नहीं है, कबीर साहब कहंदे ने। गुरु ग्रंथ साहब की फिलासफी च मरण तो बाद नहीं, एट प्रेजेंट तैनू सिखाया ਮੰਦੇ ਅਮਲਾਂ ਨਾਲ ਨਾ ਜੀਵਿਆ ਕਰ, ਫਲॉज ਸ਼ਾਰਟਕਮਿੰਗਸ ਨਾਲ ਨਾ ਜੀਵਿਆ ਕਰ। ਕਈ ਲੋਕੀ ਕੁਐਸਚਨ ਕਰਦੇ ਨੇ ਵੀਰ ਜੀ ਜਿਹੜੇ ਸੱਚ ਪਾਸੇ ਨਹੀਂ ਲੱਗਦੇ ਨੇ, ਜਿਹੜੇ ਬਾਣੀ ਨਹੀਂ ਪੜ੍ਹਦੇ ਨੇ, ਫਿਰ ਉਹਨਾਂ ਦਾ ਕੀ ਕਰੀਏ? ਸਾਧ ਸੰਗਤ ਜੀ, ਘੋੜੇ ਨੂੰ ਪਾਣੀ ਕੋਲ ਲਿਜਾ ਸਕਦੇ ਹੋ, ਜ਼ਬਰਦਸਤੀ ਪਿਲਾ ਨਹੀਂ ਸਕਦੇ। ਜਿਹੜਾ ਨਹੀਂ ਕੁਝ ਕਰਨਾ ਚਾਹੁੰਦਾ ਜ਼ਬਰਦਸਤੀ ਨਹੀਂ ਕੀਤਾ ਜਾ ਸਕਦਾ। ਪਰ ਜਿਹੜਾ ਇਨਸਾਨ ਸੋਚਦਾ ਹੈ, ਭਾਵੇਂ ਉਹ ਏਥਿਸਟ ਹੈ, ਕਮਿਊਨਿਸਟ ਹੈ, ਦੁਨੀਆ ਦਾ ਕਿਸੇ ਵੀ ਮਜ਼ਹਬ ਦਾ, ਕਿਸੇ ਵੀ ਜੈਂਡਰ ਦਾ, ਕਿਸੇ ਵੀ ਸਟੇਟਸ ਦਾ, ਅਮੀਰ ਗਰੀਬ, ਗੋਰਾ ਕਾਲਾ, ਛੋਟਾ ਵੱਡਾ, ਜੇ ਉਹ ਸੋਚਦਾ ਹੈ ਕਿ ਮੇਰੇ ਅੰਦਰ ਸ਼ਾਰਟਕਮਿੰਗਸ ਹਨ, ਮੇਰੇ ਅੰਦਰ ਫਲॉज ਹਨ, ਇਹਨਾਂ ਦੇ ਕਾਰਨ ਮੈਂ ਪਲ ਪਲ ਦੁਖੀ ਹੁੰਦਾ ਹਾਂ। ਤੁਸੀਂ ਆਸਟ੍ਰੇਲੀਆ ਰਹਿੰਦੇ ਹੋ, ਮੈਂ ਨਿਊਯਾਰਕ ਰਹਿੰਦਾ, ਮੈਂ ਦੇਖਦਾ ਲੋਕਾਂ ਨੂੰ ਤੇ ਉਹਨਾਂ ਦੀ ਗਲਤੀ ਨੂੰ ਦੇਖ ਕੇ ਸਿੱਖਦਾ। ਲੋਕੀ ਲੰਘਦੇ ਨੇ, ਸੀ who parked here, who gave the license to this man, who parked here, people don't know। ਲੋਕੀ ਕਮੈਂਟ ਕਰਨੇ ਸ਼ੁਰੂ ਕਰਦੇ ਨੇ ਜਿਹੜਾ ਪਾਰਕ ਗਲਤ ਕਰਕੇ ਚਲਾ ਗਿਆ। ਲੋਕੀ ਕਮੈਂਟ ਕਰਨਾ ਸ਼ੁਰੂ ਕਰਦੇ ਨੇ ਜਿਹੜਾ ਮੇਰੇ ਕੋਲੋਂ ਜ਼ਰਾ ਜਿਹਾ ਓਵਰਟੇਕ ਕਰਕੇ ਚਲਾ ਗਿਆ। ਲੋਕੀ ਗਾਲਾਂ ਕੱਢਣੀਆਂ ਸ਼ੁਰੂ ਕਰਦੇ ਨੇ ਜਿਹੜਾ ਜ਼ਰਾ ਜਿਹਾ ਜ਼ਿਗਜ਼ੈਗ ਕਰਕੇ ਤੇਜ਼ ਕਾਰ ਚਲਾ ਕੇ ਗਿਆ। ਮੇਰੀ ਕਾਰ ਦੇ ਸ਼ੀਸ਼ੇ ਬੰਦ, ਏਅਰ ਕੰਡੀਸ਼ਨ ਔਨ, ਉਹਦੀ ਕਾਰ ਦੇ ਸ਼ੀਸ਼ੇ ਬੰਦ, ਉਹਨੂੰ ਸੁਣਾਈ ਵੀ ਨਹੀਂ ਦੇ ਰਿਹਾ। ਆਈ ਐਮ ਡਿਸਟਰਬਡ, ਮੇਰਾ ਆਨੰਦ ਗਿਆ। ਦੇਖੋ ਅਸੀਂ ਕਿਸ ਤਰ੍ਹਾਂ ਨਿੱਕੀ ਨਿੱਕੀ ਗੱਲ ਤੇ ਪਬਲਿਕਲੀ, ਫੈਮਿਲੀ ਵਾਈਜ਼, ਇੰਡੀਵਿਜੂਅਲੀ, ਔਰ ਇਨ ਦਾ ਬਿਜ਼ਨਸ ਔਰ ਇਨ ਕਾਰਪੋਰੇਟ ਸੈਕਟਰਸ, ਪਲ ਪਲ ਥਾਂ ਥਾਂ ਤੇ ਅਨਸਟੇਬਿਲਿਟੀ ਕਿਵੇਂ ਜੀਂਦੇ ਹਾਂ। ਸਟੇਬਲ ਹੁੰਦੇ ਹੀ ਨਹੀਂ। ਕਬੂ ਜੀੜਾ ਊਬ ਚੜਤ ਹੈ, ਕਬੂ ਜਾਏ ਪਿਆਲੇ, ਲੋਭੀ ਜੀੜਾ ਥਿਰ ਨਾ ਰਹਤਾ ਚਾਰੇ ਕੁੰਡਾ ਪਾਲੇ। ਕਾਰਨ ਮੈਂ ਕਿਸੇ ਦੀ ਗਲਤੀ ਲੱਭਦਾ, ਲੱਭ ਜਾਏ ਤਾਂ ਮਾਫ ਨਹੀਂ ਕਰਦਾ। ਇਸ ਕਰਕੇ ਮੈਂ ਐਸੇ ਵਾਲਾ ਗੋਡ ਕ੍ਰੀਏਟ ਕੀਤਾ ਹੈ ਜਿਹੜਾ ਸਜ਼ਾ ਦਿੰਦਾ ਹੈ। ਗੁਰੂ ਪਾਤਸ਼ਾਹ ਕਹਿੰਦੇ ਨੇ ਇੱਕ ਬੇਸਿਕ ਫੰਡਾਮੈਂਟਲ ਹੈ, ਉਹ ਯਾਦ ਰੱਖੀ, ਇਹ ਮਨ ਜੈਸਾ ਸੇਵੇਂ ਤੈਸੋ ਹੋਏ। ਤੂੰ ਜੈਸਾ ਰੱਬ ਤਸੱਵੁਰ ਕਰੇਂਗਾ ਨਾ ਵੈਸਾ ਬਣ ਜਾਏਗਾ। ਜੇ ਤੂੰ ਰੱਬ ਐਸੇ ਵਾਲਾ ਤਸੱਵੁਰ ਕੀਤਾ ਕਿ ਮਾਫ ਨਹੀਂ ਕਰਦਾ, ਸਜ਼ਾ ਦਿੰਦਾ ਹੈ, ਤੇਰੀ ਪਰਸਨੈਲਿਟੀ, ਤੇਰਾ ਬਿਹੇਵੀਅਰ ਐਸਾ ਬਣ ਜਾਏਗਾ, ਤੂੰ ਕਦੇ ਕਿਸੇ ਨੂੰ ਮਾਫ ਨਹੀਂ ਕਰੇਗਾ। 35 50 ਸਾਲ ਹੋ ਜਾਂਦੇ ਨੇ, ਲੋਕੀ ਆਪਣੇ ਸੱਸ ਸਹੁਰਾ ਦਾ ਨਾਂ ਲੈ ਕੇ ਕਹਿੰਦੇ ਨੇ ਉਹਨਾਂ ਨੇ ਤਾਂ ਵਿਆਹ ਵੇਲੇ ਇੰਜ ਕੀਤਾ ਸੀ, ਕਿਸ ਤਰ੍ਹਾਂ ਮਾਫ ਕਰ ਦਿਆਂ, ਤੇਰੀ ਮਾਂ ਨੇ ਇਹ ਕਿਹਾ ਸੀ, ਉਹ ਕਹਿੰਦਾ ਤੁਹਾਡੀ ਭੈਣ ਨੇ ਇਹ ਕਿਹਾ ਸੀ। 50 ਸਾਲ ਬੀਤ ਗਏ। ਫਿਰ ਉਸ ਤੋਂ ਬਾਅਦ ਐਨੀਵਰਸਰੀ ਆਈ, 50th ਐਨੀਵਰਸਰੀ, ਤੇਰੇ ਘਰ ਵਾਲੇ ਇੱਥੇ ਬੈਠਣਗੇ, ਮੇਰੇ ਘਰ ਵਾਲੇ ਇੱਥੇ ਬੈਠਣਗੇ। ਵਾਓ, ਹੁਣੇ ਵੀ ਤੇਰੇ ਮੇਰੇ ਘਰ ਵਾਲੇ ਨੇ। We call this marriage। सुपरफ्लुअस है।
क्यों? क्योंकि अन काय रातड़िया वाट दुहेली राम, पाप कमांदिया तेरा कोई ना बेली राम, सच नाल ते मैं जुड़िया ही नहीं। आई डोंट नो कि गुरबाणी नूं मैं अपने ते अप्लाई किवें करा। मनु ते सच्ची जीवन जाच ही नहीं समझ आई सी। मनु सिखाया जा रहा है आनंद आनंद सबको कहें, आनंद गुर ते जानिया। मैं हैप्पीनैस कुछ होर समझ रहा सी, हैप्पीनैस निकली कुछ होर। ਅਸੀਂ ਇਹ ਥਾਂ ਤੇ ਡਿਸਕਸ ਕਰਦੇ ਹਾਂ ਕਿ ਇੱਕ ਬੰਦੇ ਦਾ ਨਾਂ ਭੋਂਦੂ, ਭੋਂਦੂ ਨੂੰ ਕੁਝ ਲੋਕੀ ਮਾਰ ਰਹੇ ਨੇ, ਉਹਦੇ ਉੱਤੇ ਬੈਠੇ ਹੋਏ ਨੇ 8-10 ਬੰਦੇ, ਉਹਨੂੰ ਮਾਰ ਰਹੇ ਨੇ, ਭੋਂਦੂ ਹੱਸ ਰਿਹਾ ਹੈ। ਟੀਵੀ ਵਾਲੇ, ਮੀਡੀਆ ਵਾਲੇ ਆ ਕੇ ਉਹਦੇ ਮੂੰਹ ਅੱਗੇ ਮਾਈਕ ਰੱਖਦੇ ਨੇ, ਇਹ ਤੁਹਾਨੂੰ ਮਾਰ ਰਹੇ ਨੇ ਔਰ ਤੁਸੀਂ ਹੱਸ ਰਹੇ ਹੋ। ਭੋਂਦੂ ਕਹਿੰਦਾ ਮੇਰਾ ਇੱਕ ਫਰੈਂਡ ਹੈ, ਉਹਦਾ ਨਾਂ ਚੰਦੂ ਹੈ, ਇਹ ਮੈਨੂੰ ਚੰਦੂ ਸਮਝ ਕੇ ਮਾਰ ਰਹੇ ਨੇ, ਮੈਂ ਚੰਦੂ ਹੈ ਨਹੀਂ। ਇਹ ਨਹੀਂ ਪਤਾ ਮਾਰ ਤੇ ਮੈਨੂੰ ਪੈ ਰਹੀ ਹੈ। We are always talking about others. What you are, it matters. What you were, it doesn't matter. What you are heading for, it matters. ਤੂੰ ਸੋਚ ਕੀ ਬਣ ਰਿਹਾ, ਤੂੰ ਸੋਚ ਕਿਹੜੇ ਪਾਸੇ ਜਾ ਰਿਹਾ, ਤੂੰ ਸੋਚ ਤੇਰੀ ਕੀ ਆਦਤਾਂ ਪੈ ਗਈਆਂ ਨੇ। ਮੈਂ ਹਰ 2 ਮਹੀਨੇ ਬਾਅਦ ਇੰਡੀਆ ਜਾਣਾ, ਜਦੋਂ ਜਾਣਾ ਤਾਂ ਉੱਥੇ ਸਵੇਰੇ ਪਾਰਕ ਵਿੱਚ ਸੈਰ ਕਰਨ ਜਾਂਦਾ। ਅੱਜ ਤੋਂ 10-12 ਸਾਲ ਪਹਿਲਾਂ ਇੱਕ ਮਾਤਾ ਜੀ ਨੂੰ ਮੈਂ ਪਾਰਕ ਵਿੱਚ ਦੇਖਿਆ। ਸ਼ੀ ਕੇਮ, ਕੁਝ ਬੱਚੇ ਖੇਲ ਰਹੇ ਸੀ, ਕੁਝ ਬੱਚੇ ਯੋਗਾ ਕਰ ਰਹੇ ਸੀ, ਕੁਝ ਲੋਕੀ ਸੈਰ ਕਰ ਰਹੇ ਸੀ, ਕੁਝ ਲੋਕੀ ਕ੍ਰਿਕਟ ਖੇਲ ਰਹੇ ਸੀ, ਕੁਝ ਲੋਕੀ ਪਾਰਕ ਵਿੱਚ ਬੈਠ ਕੇ ਗੱਲਾਂ ਕਰ ਰਹੇ ਸੀ। ਇਹ ਮਾਤਾ ਜੀ ਆਏ, ਮਾਲੀ ਨੂੰ ਬੁਲਾ ਕੇ ਕਹਿੰਦੇ ਨੇ ਇਹ ਬੱਚੇ ਇੱਥੇ ਕਿਉਂ ਖੇਲਦੇ ਪਏ ਨੇ, ਬਾਲ ਲੱਗ ਜਾਏਗੀ, ਇਹ ਪੇੜ ਇੱਥੇ ਠੀਕ ਨਹੀਂ ਲਗਾਇਆ। ਮਾਲੀ ਨੇ ਇੱਥੋਂ ਗਾਂ ਕਿਉਂ ਵੜਨ ਦਿੱਤੀ। ਮੈਂ ਉਹਨਾਂ ਨੂੰ ਦੇਖ ਰਿਹਾ ਸੀ, ਮੈਂ ਅੰਦਾਜ਼ਾ ਲਗਾ ਰਿਹਾ ਸੀ, ਆਈ ਥਿੰਕ ਸ਼ੀ ਇਜ਼ ਟੀਚਰ। ਬਾਅਦ ਵਿੱਚ ਪਤਾ ਲੱਗਾ ਸ਼ੀ ਵਾਜ਼ ਰੀਅਲੀ ਟੀਚਰ, ਬਟ ਸ਼ੀ ਵਾਜ਼ ਰਿਟਾਇਰਡ। ਸਕੂਲ ਦੀ ਆਦਤ, ਛੁੱਟੀ ਨਹੀਂ, ਪਾਰਕ ਵਿੱਚ ਨਾਲ ਲੈ ਆਏ। ਰਿਟਾਇਰ ਹੋਣ ਤੋਂ ਬਾਅਦ ਸਕੂਲ ਦੀ ਆਦਤ ਛੁੱਟੀ ਨਹੀਂ, ਇਹ ਹੁਣ ਆਦਤ ਘਰ ਵੀ ਜਾਏਗੀ। ਥੋੜੇ ਦਿਨਾਂ ਬਾਅਦ ਪਤਾ ਲੱਗਾ ਉਹਨਾਂ ਨੂੰ ਸਟ੍ਰੋਕ ਹੋ ਗਿਆ, ਕਿਉਂਕਿ ਉਹਨਾਂ ਨੂੰ ਪਾਰਕ 'ਚ ਆ ਕੇ ਗੁੱਸਾ ਬੜਾ ਚੜਦਾ ਸੀ। ਮੈਂ ਕਿਹਾ ਲੋਕੀ ਸੈਰ ਕਰਨ ਆਉਂਦੇ ਨੇ, ਲੋਕੀ ਯੋਗਾ ਕਰਨ ਆਉਂਦੇ ਨੇ, ਇਹ ਆਪਣੀ ਟੀਚਰੀ ਝਾੜਨ ਆਉਂਦੇ ਨੇ। ਇਸ ਤਰ੍ਹਾਂ ਸਾਡੀ ਆਦਤ ਬਣ ਜਾਂਦੀ ਹੈ, ਸਾਨੂੰ ਫਿਕਸਅਪ ਨਹੀਂ ਕਰਾਇਆ ਜਾਂਦਾ। ਗੁਰੂ ਪਾਤਸ਼ਾਹ ਡੇਲੀ ਫਿਕਸਅਪ ਕਰਦੇ ਨੇ। ਗੁਰੂ ਪਾਤਸ਼ਾਹ ਡੇਲੀ ਮੈਨੂੰ ਬਾਣੀ ਨਾਲ ਜੋੜ ਕੇ, ਨਿਤਨੇਮ ਕਰਾ ਕੇ, ਬਾਣੀ ਦਾ ਕੀਰਤਨ ਸੁਣਾ ਕੇ ਮੈਨੂੰ ਕਹਿੰਦੇ ਨੇ ਬਾਣੀ ਵਿਚਾਰ। ਮੈਨੂੰ ਕਹਿੰਦੇ ਪਏ ਨੇ ਆਨੰਦ ਆਨੰਦ ਸਭ ਕੋ ਕਹੈ, ਆਨੰਦ ਗੁਰ ਤੇ ਜਾਣਿਆ। ਗੁਰੂ ਨੂੰ ਪੁੱਛ, ਜਾਣੇ ਆਨੰਦ ਸਦਾ ਗੁਰ ਤੇ, ਕਿਰਪਾ ਕਰੇ ਪਿਆਰਿਆ। ਸਭ ਤੋਂ ਵੱਡੀ ਕਿਰਪਾ ਕੀ ਕਰਦੇ ਹੈ ਗੁਰੂ ਪਾਤਸ਼ਾਹ? ਕਰ ਕਿਰਪਾ ਕਿਲਵਿਖ ਕੱਟੇ। ਕਿਲਵਿਖ ਹੁੰਦਾ ਮੇਰੀ ਸ਼ਾਰਟ ਕਮਿੰਗਸ, ਕਿਲਵਿਕਸ ਹੁੰਦਾ ਮੇਰੇ ਅਵਗੁਣ, ਕਿਲਵਿਖ ਹੁੰਦਾ ਮੇਰੇ ਡੈਫੀਸ਼ੀਐਂਸੀਜ਼, ਮੇਰੇ ਫਲॉज। ਕਰ ਕਿਰਪਾ ਕਿਲਵਿਖ ਕੱਟੇ, ਗਿਆਨ ਅੰਜਨ ਸਾਰਿਆ। ਗੁਰਬਾਣੀ ਦਾ ਗਿਆਨ ਪਤਾ ਕੀ ਹੈ? ਇਹ ਗਿਆਨ ਨਹੀਂ ਹੈ ਕਿ ਸਮੁੰਦਰ ਰਿੜਕਿਆ ਤੇ ਕਿਹੜੇ 14 ਰਤਨ ਨਿਕਲੇ। ਇਹ ਗਿਆਨ ਨਹੀਂ ਹੈ ਧਰਤੀ ਕਦੋਂ ਬਣੀ। ਇਹ ਗਿਆਨ ਨਹੀਂ ਹੈ ਚੰਦ ਸੂਰਜ ਤਾਰੇ ਕਿੱਥੋਂ ਆਏ। ਇਹ ਗਿਆਨ ਨਹੀਂ ਹੈ ਕਿੰਨੀਆਂ ਧਰਤੀਆਂ ਨੇ। ਗੁਰਬਾਣੀ ਇਸ ਨੂੰ ਗਿਆਨ ਨਹੀਂ ਕਹਿੰਦੀ। ਗੁਰਬਾਣੀ ਫਿਰ ਗਿਆਨ ਕਿਹਨੂੰ ਕਹਿੰਦੀ ਹੈ? ਗੁਰਬਾਣੀ ਗਿਆਨ ਇਹਨੂੰ ਕਹਿੰਦੀ ਹੈ ਤੈਨੂੰ ਉਹ ਵਾਲੀ ਨੌਲੇਜ ਆ ਜਾਏ ਜਿਹਦੇ ਨਾਲ ਲੋਕਾਂ ਵੱਲ ਦੇਖਣਾ ਬੰਦ ਹੋ ਜਾਏ, ਆਪਣੇ ਵੱਲ ਅੱਖ ਖੁੱਲ ਜਾਏ। ਜਿਹੜਾ ਲੋਕਾਂ ਵੱਲ ਦੇਖਦਾ ਹੈ ਉਹ ਕਿਲਵਿਖ ਕੱਟੇ ਨਹੀਂ ਗਏ, ਡਿਸਟਰਬਡ ਰਹਿੰਦਾ। ਗੁਰੂ ਪਾਤਸ਼ਾਹ ਕਹਿੰਦੇ ਨੇ ਤੂੰ ਆਪਣੇ ਖਿਆਲਾਂ ਦੇ ਨਾਲ ਲੋਕਾਂ ਵੱਲ ਦੇਖਦਾ ਰਹਿੰਦਾ, ਆਪਣੀ ਮੰਦੀ ਨਜ਼ਰ, ਮੰਦੇ ਖਿਆਲਾਂ ਦੇ ਕਾਰਨ ਲੋਕਾਂ ਨੂੰ ਜੱਜ ਕਰਦਾ ਰਹਿੰਦਾ ਹੈ। ਪਹਿਲੀ ਗੱਲ ਤੇ ਡੋਂਟ ਜੱਜ ਅਦਰਸ, ਲੇਕਿਨ ਵੈਨ ਯੂ ਜੱਜ ਅਦਰਸ ਯੂ ਆਲਵੇਜ਼ ਮਿਸ ਜੱਜ ਅਦਰਸ। ਕਿਤਨੇ ਅਫਸੋਸ ਦੀ ਗੱਲ, ਅਸੀਂ ਜਿਹਨੂੰ ਜੱਜ ਕਰਦੇ ਹਾਂ ਮਿਸ ਜੱਜ ਕਰਦੇ ਹਾਂ। ਡੋਂਟ ਜੱਜ ਅਦਰਸ। ਜਦੋਂ ਦੂਜਿਆਂ ਨੂੰ ਜੱਜ ਕਰਦੇ ਹਾਂ ਤਾਂ ਆਪਣੇ ਵੱਲੋਂ ਅੱਖ ਹਟ ਜਾਂਦੀ। ਉਹ ਵਾਲੀ ਅੱਖ ਦੇ ਦਿਓ। ਗਿਆਨ ਅੰਜਨ ਗੁਰ ਦਿਆ ਗਿਆਨ ਦੇਰ ਵਿਨਾਸ਼। ਮੈਨੂੰ ਐਸੇ ਵਾਲਾ ਗਿਆਨ ਦੇ ਦਿਓ ਮੈਂ ਆਪਣੇ ਆਪ ਨੂੰ ਚੈੱਕ ਕਰ ਸਕਿਆ ਕਰਾਂ।
फिर मैं लोकां दी गलतियां नहीं कड्डांगा, फिर रियल आनंद शुरू होएगा। कर किरपा किलवी कट्टे ज्ञान जन सारिया, अंदरों जिनका मोह टुटा। किदे नाल मोह टुटा? अटैचमेंट। ਜਿਹੜੇ ਬਾਬਾ ਜੀ ਵਿਆਹ ਨਾ ਕਰਾਣ, ਅਸੀਂ ਉਹਨਾਂ ਦਾ ਨਾਂ ਬ੍ਰਹਮ ਗਿਆਨੀ ਰੱਖਿਆ ਹੋਇਆ। ਹਜ਼ਾਰਾਂ ਸਾਲਾਂ ਤੋਂ ਉਹਨੂੰ ਬ੍ਰਹਮਚਾਰੀ ਕਹਿੰਦੇ ਸਨ। ਅਸੀਂ ਉਹਨੂੰ ਧਰਮ ਦਾ ਠੇਕੇਦਾਰ ਸਮਝ ਲਿਆ। ਦੇਖੋ ਇਹ ਬਾਬਾ ਜੀ ਹੈ, ਇਹਨਾਂ ਨੇ ਵਿਆਹ ਨਹੀਂ ਕਰਾਇਆ, ਇਹ ਦੇਖੋ ਕੋਈ ਕੰਮ ਨਹੀਂ ਕਰਦੇ। ਗੁਰਬਾਣੀ ਸਾਨੂੰ ਕਿਰਤ ਵਿਰਤ ਕਰ ਧਰਮ ਦੀ ਹੱਥੋਂ ਦੇ ਕੇ ਭਲਾ ਮਨਾਏ ਸਿਖਾਉਂਦੀ ਹੈ। ਗੁਰਬਾਣੀ ਸਾਨੂੰ ਟਰੂ ਸੈਂਸ ਦੇ ਵਿੱਚ ਲਾਈਵਲੀਹੁੱਡ अर्न करना ऑनेस्ट मीन्स ਦੇ ਨਾਲ ਸਿਖਾਉਂਦੀ ਹੈ। हाथ पांव कर काम सब चीत निरंजन नाल सिखाती है। मेहनत करना सिखाती है, दूजे नाल वंड छकना सिखाती है। पर ਜਿਹੜੇ बाबा जी ने ਵਿਆਹ नहीं ना कराया, वो आके सानू कहते ने तुसी सब पापी हो, टैक्स की हेरा फेरी करते हो, माँ प्यो बच्चों के मोह विच फसे रहते हो, यह सब ने नाल नहीं जाना, तुसी नरकां नूं जाओगे। इस तरह सानू रियलाइज कराते हैं। वो गिल्टी फील कराएंगे तां ही असीं उन्हां दे पैरी पवांगे ना। गिल्टी फील कराते हैं। पर गुरु पातशाह कहते हैं तू अपने मन के ख्यालों के नाल अटैचड है, मन के ख्यालों के मोह तो छुट। हर किसी नूं अपनी शॉर्टकमिंग्स ते आकड़ होंदी है। कोई मैनू एक गाल कड्डे, मैनू इतनी समझ है, मैं 4 गालां कट सकदा, मैं टिट फॉर टैट कर सकदा, मैं गल्लां ऐसियां करदा लाऊं गिट्टे पई पिट्टे। फिर असीं कहंदे आ मैं ते फलाणी नूं ना उत्थे सारियां दे सामने नशर कर दिता ना, चुप करा दिता ना उन्नू। मतलब अपनी इस बैड क्वालिटी ते मान, ਇਹਦੇ ਨਾਲ ਅਟੈਚਮੈਂਟ ਹੁੰਦੀ ਹੈ ਸਾਨੂੰ। ਗੁਰੂ ਪਾਤਸ਼ਾਹ ਕਹਿੰਦੇ ਨੇ ਤੇਰੇ ਹੈ ਉੱਚੇ ਬੋਲਣ ਵਾਲੇ, ਕਿਸੇ ਨੂੰ ਝੂਠਾ ਪਾਉਣ ਵਾਲੇ, ਕਿਸੇ ਨੂੰ ਸਜ਼ਾ ਦਿਵਾਉਣ ਵਾਲੇ, ਫਰਸਟ੍ਰੇਟਿਡ ਹੋ ਕੇ, ਐਜੀਟੇਟਿਡ ਹੋ ਕੇ, ਫਿਊਰੀਅਸ ਹੋ ਕੇ ਬੋਲੇ ਹੋਏ ਐਬਿਊਸਿਵ ਬੋਲ, ਇਹਨਾਂ ਦਾ ਅੰਦਰੋਂ ਮੋਹ ਟੁੱਟ ਜਾਏ ਨਾ ਤਾਂ ਪਤਾ ਕੀ ਹੁੰਦਾ? ਅੰਦਰੋਂ ਜਿਨਕਾ ਮੋਹ ਟੁੱਟਾ ਤਿਨਕਾ ਸ਼ਬਦ, ਸ਼ਬਦ ਦਾ ਮਤਲਬ ਉਹਨਾਂ ਦੇ ਬੋਲਣ ਦਾ ਢੰਗ सच्चा सवारिया। रब जी सवार देंदे ने। One speaks soft language, one speaks भाख्या पाओ पार, one speaks मिठी बोली। असी दिनों दिन फिक्सअप होंदे जावांगे, सॉफ्ट होंदे जावांगे। भै के चरण कर भाव के लोयण सुरत करे वाला साडा जीवन बनदा जाएगा। सानू एक नवी बॉडी प्राप्त होंदी जांदी है, ओनू गुरबाणी दुर्लभ देह कहंदे ने, चिरंकाले देह संजरिया कहते हैं। इस बॉडी नूं मनुखा देह नहीं कहते हैं। दिस इज नॉट ह्यूमन बींग्स बॉडी, दिस इज पशु मानस चंपलेटे अंदरों कालिया। हाँ मैं पशु कुत्ते वांगू भौंकदा, सांड वांगू सिंग मार के बहस करदा, उच्चा उच्चा बोलदा ते भौंकदा। हाँ पशु हाँ मैं, पशु मानस चंपलेटे, मैं ह्यूमन बींग्स वाला चमड़ा लपेटिया होया है। गुरु पातशाह कहते ने पशु मानस चंपलेटे अंदरों कालिया। ह्यूमन बीइंग तू है ही नहीं, करतूत पशु की मानस जात, करदा करतूता पशुओं वाली है, मानस जात दिखदा है। पर जे तेरा शब्द सवार दिता जाए, तेरे बोलन दा ढंग सवार दिता जाए, जे बोलन दा ढंग ना सवरे, निक्की जी गल ते झगड़ा हो जाता है। असी ब्लेम दूजे नूं करदे हां, झगड़े दा पता नहीं कि कसूर मेरा है, सारी पौड़े की जड़ मैं हाँ। थाई लैंग्वेज असीं इसनूं सीखदे सी तां इहनूं कहंदे ने तू आ काण, मैं हाँ। एक बंदा गया, अपनी जुबान उत्ते फिक्सअप नहीं है, काबू नहीं है। बस वाले नूं जाके पुछदा ड्राइवर नूं, क्यों बई ड्राइवरा ये खटारा कदों चलेगी? सीधा ड्राइवर नूं देखो कैसी चीप लैंग्वेज यूज कर रहा है, एक खटारा कदों चलेगी? ड्राइवर नूं गुस्सा चढ़िया। ड्राइवर अगों कहता है जदों तेरे वर्गे सारे कबाड़ियां नाल भर जाएगी। उस तो बाद झगड़ा हो गया। वी स्टार्ट अब्यूजिव लैंग्वेज। कोई जरा जे साडे अगे कार तेज ना चलाए, असी हॉन्क करते हैं।
कोई साडा जिथे कैश टोल पे करना है और मेरा उत्थों ईजी पैस है लंघण वाला, असी शीशा थल्ले कढ़ के इंग्लिश विच उसनूं 5-6 गालां कढ़ दिंदे हां। शब्द सवारिया नहीं गया। गुरु मेरी जुबान फिक्सअप करदा अज दे शब्द दा टॉपिक, अंदरों जिनका मोह टुटा तिनका शब्द सच्चा सवारिया, कह नानक ये आनंद है, दिस इज रियल आनंद कि तेनू बोलण दी जाच आ गई। बोलना डज नॉट मीन लेक्चर, बोलना डज नॉट मीन टीचिंग अदर्स, बोलना डज नॉट मीन yelling on others, बोलना डज नॉट मीन मेकिंग अदर्स फील कि तुहानू समझ घट है, मैं सियाणा ज्यादा हाँ। टीचर इंज ही कहती है ना, जरा जा बच्चा कुछ कह दे, किसको पढ़ा रहे हो, उल्टा मुझे समझाने आए यहाँ पे तुम, इंज बोलते ना टीचर। भुलेखा सच सीधा मिठा खरा बिना टौंट कीतिया बोलन दी जाच आ जाए ना, साडी बोली बदल जाएगी। गुरु पातशाह कहते ने तू अपनी बोली सवार लै। अज दे टॉपिक कह नानक ये आनंद है, आनंद गुर ते जानिया, पर तेनों मिठे बोल सीखने पैणगे। उन्हां पिछे बड़ी वड्डी कैमिस्ट्री है, साइकी है, तेनों पावर दी जाती है। हाउ टू वेख के अडिट करना, हाउ टू फॉरगिव अदर्स, हाउ टू इग्नोर अदर्स मिस्टेक्स। बस घरां दी रिलेशनशिप तो लैके सारी दुनिया च रिलेशनशिप बैटर एंड बैटर एंड बैटर होंदी जाएगी, प्यार वधदा जाए।